जनवरी 2024 ਚ ਸਰਕਾਰ ਨੇ ਫੈਡਰਲ ਸਰਕਾਰ ਨੇ ਕਿਹੜੇ ਨਵੇਂ ਟੈਕਸੇਸ਼ਨ ਸ਼ੁਰੂ ਕੀਤੇ ਹੈ ਔਰ ਇੱਕ CPP 2 ਹਾਂਜੀ CPP ਪਾਰਟ 2 ਇਹਦਾ ਵੀ ਨਾਮ ਬਹੁਤ ਚੱਲ ਰਿਹਾ ਵਾਟ ਇਜ਼ ਦਿਸ CPP 2 ਤੁਹਾਡਾ CPP ਅੱਜ ਦੀ ਡੇਟ ਵਿੱਚ ਉਹ CPP ਦੀ ਪਰਸੈਂਟੇਜ ਹੈ 5.95%। ਸੋ 2024 ਦੀ YMPE ਹੈਗੀ ਹੈ 68,500 ਤੇ ਮਤਲਬ 25 ਸਾਲ ਗਵਰਨਮੈਂਟ ਨੂੰ ਪੈਨਸ਼ਨ ਦੇਣੀ ਪੈ ਰਹੀ ਹੈ। ਐਕਚੁਅਲੀ ਉਸ ਤੋਂ ਵੀ ਵੱਡੀ ਇੱਕ ਕੰਡੀਸ਼ਨ ਹੈ ਕਿ ਸਿਰਫ ਤੁਸੀਂ 39 ਇਅਰਸ ਕੰਮ ਨਹੀਂ ਕਰਨਾ, ਯੂ ਆਲਸੋ ਹੈਵ ਟੂ ਵਰਕ ਇਨ ਮੈਕਸਿਮਮ ਕੈਪੈਸਿਟੀ ਐਜ਼ ਵੈਲ। ਅੱਛਾ 65 ਸਾਲ ਦੀ ਰਿਟਾਇਰਮੈਂਟ ਏਜ ਹੈ ਕੈਨੇਡਾ ਦੇ ਅੰਦਰ। ਹਾਂਜੀ ਉਹਦੇ ਬਾਅਦ ਦੋ ਚੀਜ਼ਾਂ ਜਿਹੜੀਆਂ ਮਿਲਦੀਆਂ ਇੱਕ ਸੀਨੀਅਰ ਨੂੰ ਉਹ ਹੈਗੀ ਹੈ CPP ਕੈਨੇਡਾ ਪੈਨਸ਼ਨ ਪਲਾਨ ਠੀਕ ਹੈ ਪਲੱਸ 올ਡ ਏਜ ਸਿਕਿਉਰਿਟੀ OAS। ਠੀਕ ਹੈ ਆ ਦੋਨਾਂ ਦੀ ਕਿੰਨੀ ਮੈਕਸਿਮਮ ਲਿਮਿਟ ਹੈ, ਕਿੰਨੀ ਵਨ ਕੈਨ ਗੈਟ ਮੰਥਲੀ ਬੇਸਿਸ ਸੀਨੀਅਰਸ, ਔਰ ਦੂਜਾ ਕਿ ਸਾਨੂੰ RRSP ਦੇ ਅੰਦਰ ਸਾਨੂੰ ਇਨਵੈਸਟ ਕਰਨ ਦੀ ਲੋੜ ਕੀ ਹੈ ਜਦ ਰਿਟਾਇਰਮੈਂਟ ਦੇ ਬਾਅਦ ਸਾਨੂੰ OAS ਔਰ ਸਾਨੂੰ CPP ਮਿਲ ਜਾਂਦਾ। ਐਵਰੇਜ CPP ਕੈਨੇਡਾ 'ਚ ਕਰੀਬਨ $750 ਹੈ ਕਿ ਕੀ ਤੁਸੀਂ ਕੈਨੇਡਾ ਦੇ ਰੈਜ਼ੀਡੈਂਟ ਹੋ 40 ਇਅਰਸ। ਪੈਨਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਤੁਹਾਡਾ ਸਾਰੀ ਉਮਰ ਦਾ ਜੋ ਵੀ ਤੁਹਾਡਾ ਖਰਚਾ ਉਹਨਾਂ ਪੂਰਾ ਕਰਨਾ। ਜੋ ਵੀ ਤੁਸੀਂ ਕੰਟਰੀਬਿਊਟ ਕਰੋਗੇ RRSP 'ਚ ਵੀ ਵਿਲ ਨਾਟ you don't have to pay any tax on that money. ਫਰਸਟ ਹੋਮ ਸੇਵਿੰਗ ਅਕਾਊਂਟ ਠੀਕ ਹੈ ਤੇ ਦੂਜਾ ਹੈਗਾ RRSP ਅਕਾਊਂਟ। ਸੋ ਦੋਨਾਂ ਚੋਂ ਕਿਹੜਾ ਬੈਟਰ ਹੈ ਕਿਸੇ ਨੇ ਫਸਟ ਟਾਈਮ ਪਹਿਲੀ ਵਾਰ ਘਰ ਖਰੀਦਣਾ ਤਾਂ CPP ਤੇ 올ਡ ਏਜ ਸਿਕਿਉਰਿਟੀ ਦੇ ਬੈਨੀਫਿਟਸ ਮਿਲਦੇ ਹੈ। You have to pay taxes on that ਬਿਲਕੁਲ because don't forget ਜਦੋਂ ਉਹਨਾਂ ਨੇ CPP ਡਿਡਕਟ ਕੀਤਾ ਸੀ there is no tax you have to pay। ਕਿਸੇ 65 ਸਾਲ ਦੀ ਉਮਰ 'ਚ ਰਿਟਾਇਰਮੈਂਟ ਕੋਈ ਲੈ ਲੈਂਦਾ ਹਾਂਜੀ ਸਾਰੀ ਉਮਰ RRSP CPP ਜਾਂ OAS ਦੀ ਵੇਟ ਕਰਦਾ ਮੈਂ ਰਿਟਾਇਰ ਹੋ ਕੇ ਆ ਬੈਨੀਫਿਟ ਮੈਨੂੰ ਮਿਲੂਗੇ, RRSP 'ਚ ਇਨਵੈਸਟ ਕੀਤਾ ਉਹ ਵੀ ਮੈਨੂੰ ਪੈਸਾ ਮੇਰਾ ਹੀ ਮਿਲੂਗਾ। ਠੀਕ ਹੈ 66 ਸਾਲ ਜਾਂ 67 ਸਾਲ ਦੀ ਉਮਰ 'ਚ ਬੰਦਾ ਪਾਸ ਅਵੇ ਹੋ ਜਾਂਦਾ ਠੀਕ ਹੈ ਡੈਥ ਹੋ ਜਾਂਦੀ ਹੈ। ਹਾਂਜੀ ਫਿਰ ਆ ਜਿਹੜੇ ਕੀਤੇ ਹੋਏ ਕੰਟਰੀਬਿਊਸ਼ਨ ਆ ਕਿਹਨੂੰ ਮਿਲੂਗੇ ਕਿ ਨਹੀਂ ਮਿਲੂਗੇ, ਸਪਾਊਸ ਨੂੰ ਮਿਲੂਗੇ ਤੇ ਇਹਦਾ ਕੀ ਹੋਊਗਾ। ਤੇ ਉਹਨਾਂ ਨੇ 2011 ਵਿੱਚ ਦੇ ਸਟਾਰਟਡ ਸਮਥਿੰਗ ਕਾਲਡ ਕਿ ਤੁਸੀਂ 65 ਦੀ ਜਗ੍ਹਾ we will give you two options। ਤੁਸੀਂ 60 ਤੇ ਵੀ ਰਿਟਾਇਰ ਹੋ ਸਕਦੇ ਹੋ ਤੇ 70 ਤੇ ਵੀ ਰਿਟਾਇਰ ਹੋ ਸਕਦੇ ਹੋ। CPP ਦਾ ਅਮਾਉਂਟ 0.6% ਡਿਕਰੀਜ਼ ਹੋ ਜਾਏਗਾ। ਠੀਕ ਹੈ ਨਾ ਹੁਣ FHSA ਗਵਰਨਮੈਂਟ ਨੇ ਲਿਆ ਕੇ ਲੋਕਾਂ ਨੂੰ ਪਹਿਲਾਂ ਹੀ RRSP ਤੇ TFSA 'ਚ ਕਨਫਿਊਜ਼ਨ ਸੀਗੀ, FHSA ਦੀ ਨਵੀਂ ਕਨਫਿਊਜ਼ਨ ਉਹਨਾਂ ਨੇ ਬਾਕੀ। ਸਵਾਗਤ ਹੈ। ਅਸੀਂ ਅੱਜ ਪ੍ਰੋਗਰਾਮ 'ਚ ਗੱਲ ਕਰਾਂਗੇ RRSP ਦੀ, CPP ਕੈਨੇਡਾ ਪੈਨਸ਼ਨ ਪਲਾਨ ਔਰ ਜਨਵਰੀ 2024 'ਚ ਸਰਕਾਰ ਨੇ ਕਿਹੜੇ ਨਵੇਂ ਟੈਕਸੇਸ਼ਨ ਜਿਹੜੇ ਸ਼ੁਰੂ ਕੀਤੇ ਹੈ ਔਰ ਇਹਦੇ ਨਾਲ ਇੰਸ਼ੋਰੈਂਸ ਸਰਵਿਸਿਜ਼ ਦੀ ਵੀ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਫੀਲਡ ਦੇ ਫਾਈਨੈਂਸ਼ੀਅਲ ਫੀਲਡ ਦੇ ਐਕਸਪਰਟ ਮਿਸਟਰ ਸਗੁਨ ਗੋਇਲ ਜਿਹੜੇ ਕਿ ਬੀਵਰ ਫਾਈਨੈਂਸ਼ੀਅਲ ਤੋਂ ਹੈ। ਸਗੁਨ ਜੀ ਤੁਹਾਡਾ ਸਵਾਗਤ ਹੈ। ਥੈਂਕ ਯੂ ਫॉर ਹੈਵਿੰਗ ਮੀ ਔਨ 에ਅਰ ਨਵਨ ਜੀ। ਥੈਂਕ ਯੂ। ਸਭ ਤੋਂ ਪਹਿਲੇ ਤੁਸੀਂ ਆਪਣੀ ਇੰਟਰੋਡਕਸ਼ਨ, ਆਪਣੀ ਕੰਪਨੀ ਦੀ ਇੰਟਰੋਡਕਸ਼ਨ ਔਰ ਕਿੰਨੇ ਸਾਲਾਂ ਤੋਂ ਤੁਸੀਂ ਇਸ ਫੀਲਡ 'ਚੋਂ ਔਰ ਕਿਹੜੀ ਸਰਵਿਸਿਜ਼ ਦਿੰਦੇ ਹੋ। ਥੈਂਕ ਯੂ। ਸੋ ਅਗੇਨ ਜੀ ਨਤਨ ਜੀ, ਮੈਂ ਇੰਸ਼ੋਰੈਂਸ ਤੇ ਇਨਵੈਸਟਮੈਂਟ ਫੀਲਡ ਵਿੱਚ 2006 ਤੋਂ ਜੁੜਿਆ। I had started as an underwriter, then I worked in claims department of a big corporate bank and insurance company, and after that it's about 10 years I am independent insurance and investment advisor। ਠੀਕ ਹੈ। ਸੋ ਸਰਵਿਸਿਜ਼ ਵਿੱਚ ਜੇ ਮੈਂ ਜਾਵਾਂ ਸਰਵਿਸਿਜ਼ ਵਿੱਚ all kinds of insurance ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਆਪਣੀ ਹੈਲਥ ਇੰਸ਼ੋਰੈਂਸ ਆ ਜਾਂਦੀ ਹੈ, ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਐਂਡ ਅ ਬਿਗ ਪੋਰਟਫੋਲੀਓ ਆਫ ਇਨਵੈਸਟਮੈਂਟਸ ਐਜ਼ ਵੈਲ। ਭਾਵੇਂ ਉਹ ਰਿਟਾਇਰਮੈਂਟ ਇਨਕਮ ਪਲੈਨਿੰਗ ਹੋਵੇ, RRSPs, TFSAs, FHSA and all kinds of financial planning, so to say। ਸਗੁਨ ਜੀ ਕਾਫੀ ਲੰਬਾ ਐਕਸਪੀਰੀਅੰਸ ਹੈ ਤੁਹਾਨੂੰ ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਫੀਲਡ 'ਚ। ਸੋ ਸਭ ਤੋਂ ਪਹਿਲੇ ਅਸੀਂ ਇਸ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਅੱਜ RRSP ਦੀ, ਕਿਉਂਕਿ ਉਹਦੀ ਡੇਟਾ ਵੀ ਹੈ, ਉਹਦਾ ਟਾਈਮ ਵੀ ਹੈ, ਡੈਡਲਾਈਨਸ ਵੀ ਹੈ। ਉਸ ਤੋਂ ਪਹਿਲੇ ਮੇਰਾ ਸਵਾਲ ਹੈ ਕਿ ਜਨਵਰੀ 2024 'ਚ ਸਰਕਾਰ ਨੇ, ਫੈਡਰਲ ਸਰਕਾਰ ਨੇ ਕਿਹੜੇ ਨਵੇਂ ਟੈਕਸੇਸ਼ਨ ਸ਼ੁਰੂ ਕੀਤੇ ਹੈ ਔਰ ਇੱਕ CPP 2 ਹਾਂਜੀ CPP ਪਾਰਟ 2 ਇਹਦਾ ਵੀ ਨਾਮ ਬਹੁਤ ਚੱਲ ਰਿਹਾ ਵਾਟ ਇਜ਼ ਦਿਸ CPP 2 ਵੀ। ਦੇਖੋ ਜਦੋਂ ਵੀ ਇੱਥੇ ਕੋਈ ਵੀ ਤੁਸੀਂ ਇਨਕਮ ਅਰਨ ਕਰਦੇ ਹੋ, ਭਾਵੇਂ ਤੁਹਾਡੀ ਇੰਪਲੋਇਮੈਂਟ ਇਨਕਮ ਹੋਏ ਜਾਂ ਸੈਲਫ ਇੰਪਲੋਇਮੈਂਟ ਇਨਕਮ ਹੋਏ, ਯੂ ਹੈਵ ਟੂ ਔਰ ਗਵਰਨਮੈਂਟ ਡਿਡਕਟਸ ਤੁਹਾਡਾ CPP। ਅੱਜ ਦੀ ਡੇਟ ਵਿੱਚ ਉਹ CPP ਦੀ ਪਰਸੈਂਟੇਜ ਹੈ 5.95%। ਠੀਕ ਹੈ। ਜੇ ਤੁਸੀਂ ਇੰਪਲੋਇਡ ਹੋ 5.95% ਤੁਸੀਂ ਪਾਉਂਦੇ ਹੋ ਤੇ ਤੁਹਾਡਾ ਇੰਪਲੋਇਰ ਆਲਸੋ ਕੰਟਰੀਬਿਊਟਸ 5.9%। ਤੇ ਕਰੀਬਨ ਤੁਹਾਡਾ ਮੈਂ ਜੇ ਰਾਫਲੀ ਕਰਾਂ 12% ਤੁਹਾਡਾ CPP ਵਿੱਚ ਅੱਜ ਦੀ ਡੇਟ ਵਿੱਚ ਜਾਂਦਾ। ਠੀਕ ਹੈ। ਜੇ ਤੁਸੀਂ ਸੈਲਫ ਇੰਪਲੋਇਡ ਹੋ 12% ਤੁਹਾਨੂੰ ਦੇਣਾ ਪੈਂਦਾ। ਉਹ ਸਾਰਾ ਇੰਪਲੋਇਰ ਦਾ ਕੋਈ ਪਾਰਟ ਨਹੀਂ, ਤੁਸੀਂ ਆਪ ਹੀ ਦੇਣਾ। ਨਾਓ ਗਵਰਨਮੈਂਟ ਨੇ ਕੀ ਕੀਤਾ, ਗਵਰਨਮੈਂਟ ਨੇ ਇੱਕ ਲਿਮਿਟ ਰੱਖੀ ਹੋਈ ਹੈ
ਕਿ ਜੇ ਤੁਸੀਂ ਇੰਨੀ ਇਨਕਮ ਕਮਾਓਗੇ ਉਸ ਤੋਂ ਥੱਲੇ ਆਪਾਂ CPP ਡਿਡਕਟ ਕਰਾਂਗੇ। ਉਹ ਲਿਮਿਟ ਨੂੰ ਆਪਾਂ ਕਹਿੰਦੇ ਆ YMPE, yearly maximum pensionable earnings। ਸੋ 2024 ਦੀ YMPE ਹੈਗੀ ਹੈ 68,500, ਜਿਹਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਇਨਕਮ 68,500 ਤੋਂ ਘੱਟ ਹੈ ਐਂਡ ਯੂ ਆਰ ਐਮਪਲੋਇਡ, ਯੂ ਆਰ ਗਿਵਿੰਗ 5.95% as CPP deduction। ਹੁਣ ਜੇ ਤੁਹਾਡੀ ਇਨਕਮ $1,00,000 ਹੈ, ਠੀਕ ਹੈ, ਇਨ ਦੈਟ ਕੇਸ ਇਨ ਫੈਕਟ ਬ੍ਰੈਕਟਸ ਹੁੰਦੀਆਂ, ਪਹਿਲੇ 3500 ਤੇ ਕੋਈ CPP ਨਹੀਂ, ਉਸ ਤੋਂ ਬਾਅਦ 68,500 ਤੇ 5.95% ਡਿਡਕਸ਼ਨ। ਤੇ ਜਰਨਲੀ 2024 ਤੋਂ ਪਹਿਲਾਂ ਉਸ ਤੋਂ ਬਾਅਦ ਕੋਈ ਤੁਹਾਨੂੰ CPP ਦੇਣ ਦੀ ਲੋੜ ਨਹੀਂ ਹੁੰਦੀ ਸੀ, ਇਟ ਵਾਜ਼ ਆਲ CPP ਟੈਕਸ ਫ੍ਰੀ। ਠੀਕ ਹੈ। ਨਾਓ ਹੁਣ 2024 ਵਿੱਚ ਗਵਰਨਮੈਂਟ ਨੇ ਕੀ ਕੀਤਾ, ਦੇ ਹੈਡ ਡਨ ਸਮਥਿੰਗ ਕਾਲਡ CPP ਐਨਹਾਂਸਮੈਂਟ। ਓਕੇ। ਹੁਣ ਉਹਨਾਂ ਨੇ ਕੀ ਕੀਤਾ ਕਿ 68,500 ਤੋਂ ਲੈ ਕੇ 72,000 ਤੱਕ, ਉਹ ਜਿਹੜੇ $4,000 ਹੈ, whoever is making that money, they have to pay extra CPP, ਤਕਰੀਬਨ 4%, you have to pay additional CPP। ਮਤਲਬ 5.9% plus 4%। plus 4% on that 4,000 only, Yes, okay। not on the Not whole on the amount। whole, okay। So ਜੇ ਤੁਹਾਡੀ ਇਨਕਮ 68,500 ਤੋਂ ਘੱਟ ਹੈ, don't worry about it, there is no CPP ਸੋ ਸਰਕਾਰ addition। ਟੈਕਸ ਤੇ ਟੈਕਸ ਨਵੇਂ ਉਹ ਲੱਭਦੀ ਹੈ ਕਿ ਕਿੱਥੋਂ ਅਸੀਂ ਦੇਖੋ ਹੋਰ। ਇਸ ਚੀਜ਼ ਨੂੰ ਮੈਂ ਟੈਕਸ ਤੇ ਟੈਕਸ ਨਹੀਂ ਕਹੂੰਗਾ। ਹੁਣ ਹੋਇਆ ਕੀ ਹੈ, ਜਿਹੜੀ ਸਾਡੀ CPP ਦੀ ਅਮਾਊਂਟ ਹੈਗੀ ਹੈ, ਰਿਲੇਟਿਵ ਅਮਾਊਂਟ ਬਹੁਤ ਘੱਟ ਹੈ। I will get into that। ਹੁਣ ਜਿਹੜਾ CPP ਹੈ, ਐਂਡ ਆਫ ਦਾ ਡੇ ਯੈਸ ਗਵਰਨਮੈਂਟ ਕੱਟ ਰਹੀ ਹੈ, ਬਟ ਇਹ ਤੁਹਾਡਾ ਹੀ ਪੈਸਾ ਹੈ ਜਿਹੜਾ ਤੁਹਾਨੂੰ ਮਿਲਣਾ ਹੈ। ਠੀਕ ਹੈ। ਹੁਣ ਜਿਹੜੀ CPP ਐਕਸਟਰਾ ਉਹ ਕੱਟ ਰਹੇ ਹੈ, ਵੀ ਕਾਲ ਇਟ ਟੈਕਸ, ਬਟ ਐਂਡ ਆਫ ਦਾ ਡੇ ਜਦੋਂ ਕਿਸੇ ਬੰਦੇ ਨੇ ਰਿਟਾਇਰ ਹੋਣਾ ਹੈ, that person will be getting additional CPP pension as well। ਸੋ ਇਟਸ ਨਾਟ ਕਿ ਗਵਰਨਮੈਂਟ ਦਾ ਫਾਇਦਾ ਹੋ ਰਿਹਾ ਇਹਦੇ ਵਿੱਚ। ਐਂਡ ਆਫ ਦਾ ਡੇ ਜਿਹੜੇ ਫਿਲਹਾਲ ਜਿਨ੍ਹਾਂ ਨੇ ਆਈ ਵੁੱਡ ਸੇ ਪਿਛਲੇ ਅਗਲੇ 5 10 15 ਸਾਲ ਵਿੱਚ ਰਿਟਾਇਰ ਹੋਣਾ, ਉਹ ਸ਼ਾਇਦ ਇਸ ਚੀਜ਼ ਦਾ ਕੋਈ ਬਹੁਤ ਫਾਇਦਾ ਨਾ ਚੁੱਕ ਸਕਣ। ਲੇਕਿਨ ਇਹ ਸੋਚੋ ਕਿ ਜਿਹੜੇ ਬੱਚਿਆਂ ਨੇ ਅੱਜ ਸ਼ੁਰੂ ਕਰਨੀ ਆਪਣੀ ਲਾਈਫ, ਇੱਥੇ ਅੱਜ ਸ਼ੁਰੂ ਕਰ ਰਹੇ ਹੈ, 30-40 years ਬਾਅਦ ਜਦੋਂ ਉਹਨਾਂ ਨੇ ਰਿਟਾਇਰ ਹੋਣਾ ਹੈ, they will be getting more CPP than what you or me will be getting। ਓਕੇ। ਸਗਨ ਜੀ 65 ਸਾਲ ਦੀ ਰਿਟਾਇਰਮੈਂਟ ਏਜ ਹੈ ਕੈਨੇਡਾ ਦੇ ਅੰਦਰ। ਹਾਂਜੀ। ਉਹਦੇ ਬਾਅਦ ਦੋ ਚੀਜ਼ਾਂ ਜਿਹੜੀਆਂ ਮਿਲਦੀਆਂ ਇੱਕ ਸੀਨੀਅਰ ਨੂੰ, ਉਹ ਹੈਗੀ ਹੈ CPP ਕੈਨੇਡਾ ਪੈਨਸ਼ਨ ਪਲਾਨ, ਠੀਕ ਹੈ, ਪਲੱਸ 올ਡ ਏਜ ਸਿਕਿਉਰਿਟੀ OAS। ਠੀਕ ਹੈ। ਆ ਦੋਨਾਂ ਦੀ ਕਿੰਨੀ ਮੈਕਸਿਮਮ ਲਿਮਿਟ ਹੈ, ਕਿੰਨੀ ਵਨ ਕੈਨ ਗੈਟ ਮੰਥਲੀ ਬੇਸਿਸ ਸੀਨੀਅਰਸ? ਔਰ ਦੂਜਾ ਕਿ ਸਾਨੂੰ RRSP ਦੇ ਅੰਦਰ ਸਾਨੂੰ ਇਨਵੈਸਟ ਕਰਨ ਦੀ ਲੋੜ ਕੀ ਹੈ ਜਦ ਰਿਟਾਇਰਮੈਂਟ ਦੇ ਬਾਅਦ ਸਾਨੂੰ OAS ਔਰ ਸਾਨੂੰ CPP ਮਿਲ ਜਾਣੀ ਹੈ? ਬਿਲਕੁਲ ਠੀਕ ਗੱਲ ਕਰ ਰਹੇ ਹੋ। ਦੇਖੋ ਮੈਂ ਥੋੜੀ ਜਿਹੀ ਇਹਦੀ ਹਿਸਟਰੀ ਵਿੱਚ ਜਾਣਾ। ਠੀਕ ਹੈ। ਜਦੋਂ ਆਪਣੀ CPP ਜਾਂ OAS ਜਦੋਂ ਸ਼ੁਰੂ ਹੋਈ ਸੀ ਬੈਕ ਇਨ ਮਿਡ 50s, ਤੇ CPP ਆਪਣੀ ਸ਼ੁਰੂ ਹੋਈ ਸੀ ਮਿਡ 60s। ਸੋ ਉਦੋਂ ਕੀ ਸੀਗਾ, ਸਾਡੀ ਲਾਈਫ ਐਕਸਪੈਕਟੈਂਸੀ ਸੀਗੀ ਕਰੀਬਨ 68 years। ਤੇ ਗਵਰਨਮੈਂਟ ਨੇ ਸੋਚਿਆ ਕਿ ਠੀਕ ਹੈ, ਸਾਨੂੰ ਕੁਝ ਸੋਸ਼ਲ ਬੈਨੀਫਿਟਸ ਸਟਾਰਟ ਕਰਨੇ ਚਾਹੀਦੀ ਹੈ ਕਿ ਜਿਹੜੇ ਰਿਟਾਇਰੀਜ਼ ਹੈ ਉਹਨਾਂ ਨੂੰ ਕੁਝ ਸਾਰਾ ਉਮਰ ਕੰਮ ਕਰਨ ਤੋਂ ਬਾਅਦ ਕੁਝ ਪੈਨਸ਼ਨ ਮਿਲ ਜਾਏ, ਤਾਂ ਕਿ ਉਹਨਾਂ ਨੂੰ ਕਿਸੇ ਤੇ ਡਿਪੈਂਡ ਨਾ ਰਹਿਣਾ ਪਵੇ। ਠੀਕ ਹੈ। ਸੋ ਹੋਇਆ ਕੀ ਸੀ ਉਦੋਂ 65 ਉਹਨਾਂ ਨੇ ਇੱਕ ਨਿਊਟਰਲ ਏਜ ਰੱਖਤੀ ਕਿ ਹਾਂ ਸਾਰਿਆਂ ਨੂੰ 65 ਦੀ ਏਜ ਵਿੱਚ ਆਪਾਂ ਪੈਨਸ਼ਨ ਸ਼ੁਰੂ ਕਰ ਦੇਣੀ ਹੈ। ਐਕਸਪੈਕਟੈਂਸੀ, ਲਾਈਫ ਐਕਸਪੈਕਟੈਂਸੀ ਹੀ 68 ਦੀ। ਇਹਦਾ ਮਤਲਬ ਹੈ ਕੋਈ 68 ਤੱਕ ਜਿੰਦਾ ਸੀ, ਕੋਈ 70 ਤੱਕ ਜਿੰਦਾ ਸੀ, ਕੋਈ 72 75 ਤੱਕ। ਤੇ 65 ਤੇ ਤੁਹਾਡੀ ਪੈਨਸ਼ਨ ਹੋ ਗਈ। ਹੁਣ ਗਵਰਨਮੈਂਟ ਨੂੰ ਕਿਸੇ ਨੂੰ 5 ਸਾਲ ਪੈਨਸ਼ਨ ਦੇਣੀ, ਕਿਸੇ ਨੂੰ 3 ਸਾਲ ਦੇਣੀ, ਕਿਸੇ ਨੂੰ 2 ਸਾਲ ਦੇਣੀ, ਕਿਸੇ ਨੂੰ ਮਤਲਬ ਉਹ 4-5 ਸਾਲ ਗਵਰਨਮੈਂਟ ਨੂੰ ਪੈਨਸ਼ਨ ਦੇਣੀ ਪੈਂਦੀ ਸੀ, ਐਂਡ ਦੈਟ ਵਾਜ਼ ਪਰਫੈਕਟਲੀ ਓਕੇ। ਹੁਣ ਪ੍ਰੋਬਲਮ ਕੀ ਹੋਈ ਹੈ, ਹੁਣ ਸਾਡੀ ਲਾਈਫ ਐਕਸਪੈਕਟੈਂਸੀ ਜਿਹੜੀ ਹੈ ਅੱਜ ਦੀ ਡੇਟ ਵਿੱਚ ਕੈਨੇਡਾ ਦੀ, ਦੈਟ ਇਜ਼ ਟੱਚਿੰਗ 85 years। ਲੇਕਿਨ ਆਪਾਂ ਜਿਹੜੀ ਰਿਟਾਇਰਮੈਂਟ ਏਜ ਰੱਖੀ ਹੈ ਉਹ ਰੱਖੀ ਹੈ ਸਿਰਫ 65। ਹੁਣ ਪਹਿਲਾਂ ਜਿੱਥੇ ਗਵਰਨਮੈਂਟ ਨੂੰ ਸਿਰਫ 3-4-5 ਸਾਲ ਪੈਨਸ਼ਨ ਦੇਣੀ ਪੈਂਦੀ ਸੀ, ਹੁਣ ਉਹੀ ਪੈਨਸ਼ਨ ਤੁਹਾਨੂੰ ਕਰੀਬਨ 15 ਸਾਲ 20 ਸਾਲ ਜਾਂ ਸਮਟਾਈਮਸ ਇਸ ਤੋਂ ਵੀ ਜ਼ਿਆਦਾ, ਡਿਪੈਂਡਿੰਗ ਔਨ ਜੇ ਆਪਾਂ ਕੁਝ ਕਮਿਊਨਿਟੀਜ਼ ਦੀ ਗੱਲ ਕਰੀਏ, ਦੇ ਆਰ ਕ੍ਰਾਸਿੰਗ 90 ਐਜ਼ ਵੈਲ। ਤੇ ਮਤਲਬ 25-25 ਸਾਲ ਗਵਰਨਮੈਂਟ ਨੂੰ ਪੈਨਸ਼ਨ ਦੇਣੀ ਪੈ ਰਹੀ ਹੈ। ਨਾਓ ਵੈਨ ਪੈਨਸ਼ਨ ਉਸ ਵੇਲੇ ਦੇਣੀ ਪੈਂਦੀ ਸੀ, ਉਸ ਵੇਲੇ ਗੁਜ਼ਾਰਾ ਚੱਲ ਜਾਂਦਾ ਸੀਗਾ ਕਿ ਅਸੀਂ 3-4 ਸਾਲ 5 ਸਾਲ ਜੀਣਾ, 7 ਸਾਲ ਜੀਣਾ, ਤਾਂ ਸਾਡੇ ਕੋਲ ਇੰਨੀ ਸੇਵਿੰਗ ਹੁੰਦੀਆਂ ਸੀਗੀਆਂ, ਕੁਝ ਫੈਮਿਲੀ ਹੈਲਪ ਕਰ ਦਿੰਦੀ ਸੀ, ਤਾਂ ਲਾਈਫ ਨਿਕਲ ਜਾਂਦੀ ਸੀਗੀ। ਹੁਣ ਉਹ ਪੈਨਸ਼ਨ ਦਾ ਅਮਾਊਂਟ ਹੈ ਬਹੁਤ ਘੱਟ, ਠੀਕ ਹੈ, ਜਦੋਂ ਸਾਨੂੰ ਮਿਲਦੀ ਹੈ, ਤੇ ਸਾਡੇ ਖਰਚੇ ਹੁਣ ਜ਼ਿਆਦਾ ਹੋ ਗਏ, ਪਲੱਸ ਲੌਂਗ ਟਾਈਮ ਤੱਕ ਮਿਲਣਾ। ਹੁਣ ਜੇ ਅਮਾਊਂਟਸ 'ਤੇ ਆਵਾਂ, ਜਿਹੜਾ ਤੁਹਾਡਾ ਕੁਐਸਚਨ ਸੀਗਾ, ਅੱਜ ਦੀ ਡੇਟ ਵਿੱਚ ਜਿਹੜੀ ਮੈਕਸਿਮਮ CPP ਹੈ, ਦੈਟ ਇਜ਼ ਅਬਾਊਟ 1300 ਐਂਡ ਚੇਂਜ। ਠੀਕ ਹੈ। $1,300
ਮੈਕਸਿਮਮ ਕਿਸੇ ਨੂੰ ਮਿਲ ਸਕਦਾ ਸਕਦੀ ਹੈ। 1 ਮਹੀਨੇ ਦਾ। ਬਟ ਸਾਰਿਆਂ ਨੂੰ ਮਿਲਦਾ ਨਹੀਂ ਆ। ਨਹੀਂ, ਉਹਦੇ ਤੇ ਮੈਂ ਆਨਾ ਹੁਣ ਮੈਕਸਿਮਮ $1300 CPP ਮਿਲ ਸਕਦਾ ਤੇ ਜਿਹੜਾ ਆਪਣਾ 올ਡ ਏਜ ਸਿਕਿਉਰਿਟੀ ਹੈ, 올ਡ ਏਜ ਸਿਕਿਉਰਿਟੀ ਮੈਕਸਿਮਮ ਮਿਲਦੀ ਹੈ 763 ਕਹਿ ਲਓ $750 750। ਬਟ ਪ੍ਰੋਬਲਮ ਕੀ ਹੈ, ਇਹ ਜਿਹੜਾ ਮੈਕਸਿਮਮ ਅਮਾਉਂਟ ਤਾਂ ਮੈਂ ਕਹਿਤਾ, ਇਹ ਹਰ ਇੱਕ ਨੂੰ ਮੈਕਸਿਮਮ ਤਾਂ ਮਿਲਦਾ ਨਹੀਂ। ਮੈਕਸਿਮਮ ਲੈਣ ਦੀ ਹਰ 올ਡ ਏਜ ਸਿਕਿਉਰਿਟੀ ਤੇ CPP ਦੀ 2 ਅਲੱਗ-ਅਲੱਗ ਕੰਡੀਸ਼ਨਸ ਨੇ। ਸੋ ਇਨ ਕੇਸ ਆਫ CPP ਮੈਕਸਿਮਮ ਉਸ ਬੰਦੇ ਨੂੰ ਮਿਲੇਗਾ ਜਿਸ ਬੰਦੇ ਨੇ ਕੈਨੇਡਾ ਵਿੱਚ ਆਪਣੀ 18 ਇਅਰਸ ਤੋਂ ਬਾਅਦ 39 ਇਅਰਸ ਕੰਮ ਕੀਤਾ ਹੈ। ਠੀਕ ਹੈ। ਜੇ ਤੁਸੀਂ 20 ਸਾਲ ਕੰਮ ਕੀਤਾ ਤਾਂ ਉਹਨਾਂ ਪ੍ਰੋਪੋਰਸ਼ਨੇਟਲੀ ਘੱਟ ਮਿਲੇਗਾ। ਇਹ ਤਾਂ ਪਹਿਲੀ ਕੰਡੀਸ਼ਨ ਹੈ। ਐਕਚੁਅਲੀ ਉਸ ਤੋਂ ਵੀ ਵੱਡੀ ਇੱਕ ਕੰਡੀਸ਼ਨ ਹੈ ਕਿ ਸਿਰਫ ਤੁਸੀਂ 39 ਇਅਰਸ ਕੰਮ ਨਹੀਂ ਕਰਨਾ, ਯੂ ਆਲਸੋ ਹੈਵ ਟੂ ਵਰਕ ਇਨ ਮੈਕਸਿਮਮ ਕੈਪੈਸਿਟੀ ਐਜ਼ ਵੈਲ। ਜੇ ਤੁਹਾਨੂੰ ਜੇ ਮੈਂ ਜਿਹੜਾ ਦੱਸਿਆ YMPE, ਜਿੱਦਾਂ ਪਹਿਲਾਂ ਦੱਸਿਆ ਈਅਰਲੀ ਮੈਕਸਿਮਮ ਪੈਨਸ਼ਨ ਅਰਨਿੰਗਸ, ਸੋ ਜੇ ਤੁਹਾਡੀ ਇਨਕਮ 68,500 ਤੋਂ ਘੱਟ ਹੈ ਤੇ ਇਹਦਾ ਮਤਲਬ ਤੁਸੀਂ CPP ਵਿੱਚ ਕੰਟਰੀਬਿਊਟ ਵੀ ਨਹੀਂ ਕਰ ਰਹੇ ਪੂਰਾ। ਜਦ ਤੁਸੀਂ ਪੂਰਾ ਕੰਟਰੀਬਿਊਟ ਹੀ ਨਹੀਂ ਕਰ ਰਹੇ ਤੇ ਜਦੋਂ ਪੈਨਸ਼ਨ ਮਿਲੇਗੀ ਤੇ ਓਨੀ ਘੱਟ ਹੀ ਮਿਲੇਗੀ ਨਾ। ਠੀਕ ਹੈ। ਸੋ ਇਹ ਹੁਣ ਇਹ ਸੋਚ ਕੇ ਦੇਖੋ ਕਿ ਸਪੋਜ਼ ਕਿਸੇ ਸਾਲ ਦੀ, ਕਿਉਂਕਿ ਇਹ ਹਰ ਸਾਲ YMPE ਇਨਕਰੀਜ਼ ਹੋ ਜਾਂਦੀ ਹੈ। ਠੀਕ ਹੈ। ਸੋ ਸਪੋਜ਼ ਲਾਸਟ ਈਅਰ ਦੀ YMPE 60, ਹੁਣ ਤੁਹਾਡੀ ਇਨਕਮ 50,000 ਹੈ। ਜਦ ਤੁਸੀਂ CPP ਦਿੱਤੀ ਨਹੀਂ ਪੂਰੀ, ਯੂ ਕੈਨ ਨਾਟ ਐਕਸਪੈਕਟ ਕਿ ਤੁਹਾਨੂੰ ਪੂਰੀ ਮਿਲ ਜਾਏਗੀ ਭਾਵੇਂ ਤੁਸੀਂ 39 ਇਅਰਸ ਕੰਮ ਕੀਤਾ। ਸੋ ਨਾਰਮਲੀ ਤੁਸੀਂ ਕਹਿੰਦੇ ਹੋ ਕਿ 1200 750 2000 ਚੋਂ ਅਗਰ ਲੋਕਾਂ ਨੂੰ ਕੱਟ ਕਟਾ ਕੇ ਜੋ ਵੀ ਹੈ 1500 1400 1500 ਇੰਨਾ ਵੀ ਨਹੀਂ ਮਿਲਦਾ। ਐਵਰੇਜ ਹੈ, ਐਵਰੇਜ CPP ਕੈਨੇਡਾ 'ਚ ਕਰੀਬਨ $750 ਹੈ ਤੇ ਐਵਰੇਜ OAS ਕੈਨੇਡਾ ਵਿੱਚ ਕਰੀਬਨ $350 $400 ਹੈ। ਮਤਲਬ $1000-1200 ਮਿਲਦਾ ਇੱਕ ਸੀਨੀਅਰ ਨੂੰ। ਸੋ 1200 'ਚ ਇਨਫਲੇਸ਼ਨ ਇੰਨੀ ਹਾਈ ਹੈ, ਮੈਂ ਕਹਿੰਦਾ ਰੋਟੀ ਵੀ ਨਹੀਂ ਖਾਧੀ ਜਾਂਦੀ। ਹੁੰਦਾ ਕੀ ਹੈ, ਇੱਕ ਹੋਰ ਚੀਜ਼ ਹੈ, 올ਡ ਏਜ ਸਿਕਿਉਰਿਟੀ ਹੈ, ਜਿੱਦਾਂ ਮੈਂ ਮੈਕਸਿਮਮ ਦੱਸਿਆ ਉਹਦਾ 450 ਹੈ। ਹੁਣ ਉਹਦੀ ਵੀ ਕੰਡੀਸ਼ਨ ਕੁਇਕਲੀ ਦੱਸ ਦਿੰਦਾ। ਉਹਦਾ ਤੁਹਾਡਾ ਇਹਨਾਂ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ। ਤੁਸੀਂ ਕੰਮ ਕਰੋ ਨਾ ਕਰੋ, ਉਹਦਾ ਸਿਰਫ ਤੇ ਸਿਰਫ ਰੈਜ਼ੀਡੈਂਸੀ ਨਾਲ ਮਤਲਬ ਹੈ ਕਿ ਕੀ ਤੁਸੀਂ ਕੈਨੇਡਾ ਦੇ ਰੈਜ਼ੀਡੈਂਟ ਹੋ 40 ਇਅਰਸ, ਜਿੰਨਾ ਤੁਸੀਂ, ਜੇ ਤੁਸੀਂ 20 ਸਾਲ ਇੱਥੇ ਰਹੇ ਹੋ ਤੇ ਤੁਹਾਨੂੰ ਹਾਫ 올ਡ ਏਜ ਸਿਕਿਉਰਿਟੀ ਮਿਲ ਜਾਏਗੀ। ਨਾ ਹੁਣ ਕੁਝ ਸੀਨੀਅਰਸ ਜਿਨ੍ਹਾਂ ਦੀ ਕੋਈ ਇਨਕਮ ਨਹੀਂ ਹੈਗੀ ਅਦਰ ਦੈਨ 올ਡ ਏਜ ਸਿਕਿਉਰਿਟੀ, ਜੇ ਉਹਨਾਂ ਨੂੰ CPP ਉਹਨਾਂ ਦੀ ਬਾਕੀ ਕੋਈ ਇਨਕਮਸ ਹੈਗੀਆਂ ਫੇਰ ਨਹੀਂ। ਜੇ ਉਹਨਾਂ ਦੀ ਇਫ ਦੇ ਆਰ ਇਨ ਅ ਵੈਰੀ ਲੋ ਟੈਕਸ ਬ੍ਰੈਕਟ ਤੇ ਉਹਨਾਂ ਨੂੰ ਇੱਕ GIS ਸ਼ੁਰੂ ਹੋ ਜਾਂਦਾ, ਗੈਰੰਟੀਡ ਇਨਕਮ ਸਪਲੀਮੈਂਟ। ਦੈਟ ਇਜ਼ ਅਪਰੋਕਸੀਮੇਟਲੀ $1,000 ਅ ਮੰਥ। ਮੈਂ ਰਫ ਫਿਗਰ ਲੈ ਰਿਹਾ, ਰਾਊਂਡ ਫਿਗਰ ਲੈ ਰਿਹਾ। ਸੋ ਜਿਹਨਾਂ ਦੀ ਬਹੁਤ ਘੱਟ ਇਨਕਮ ਹੈ ਉਹਨਾਂ ਨੂੰ $1,000 ਮਿਲਣਾ ਸ਼ੁਰੂ ਹੋ ਜਾਂਦਾ। ਬਟ ਅਗੇਨ ਇਟ ਹੈਜ਼ ਟੂ ਬੀ ਇਨਕਮ ਟੈਸਟਡ ਐਵਰੀ ਸਿੰਗਲ ਈਅਰ। ਸੋ ਦੈਟ ਇਜ਼ ਸਮਥਿੰਗ ਫॉर ਲੋ ਇਨਕਮ ਕੈਨੇਡੀਅਨਸ। ਠੀਕ ਹੈ। ਤੁਸੀਂ ਇਹ ਵੀ ਦੱਸਣਾ ਹੈ ਕਿ OAS ਔਰ CPP ਮਿਲਦੀ ਹੈ ਜਦ ਪੈਂਟ ਦੇ ਬਾਅਦ, ਫਿਰ RRSP 'ਚ ਸਾਨੂੰ ਇਨਵੈਸਟ ਕਰਨ ਦੀ ਲੋੜ ਕੀ ਹੈ? ਬਿਲਕੁਲ। ਹੁਣ ਤੁਸੀਂ ਖੁਦ ਸੋਚ ਕੇ ਦੇਖੋ ਕਿ ਤੁਸੀਂ ਇੱਥੇ ਸਾਰੀ ਉਮਰ ਕੰਮ ਕੀਤਾ, ਠੀਕ ਹੈ, ਤੇ ਮੋਸਟ ਆਫ ਦਾ ਟਾਈਮ ਜਿਹੜੇ ਆਪਾਂ ਇਮੀਗ੍ਰੈਂਟਸ ਹੈ, ਬਹੁਤ ਘੱਟ ਇਮੀਗ੍ਰੈਂਟਸ ਹੈ। ਮੈਂ ਪਿਛਲੇ 4-5 ਸਾਲਾਂ ਦੀ ਗੱਲ ਨਹੀਂ ਕਰ ਰਿਹਾ ਕਿ ਅਸੀਂ ਸਟੂਡੈਂਟ ਲਾਈਫ 'ਚ ਆ ਗਏ ਤੇ 18 ਸਾਲ 20 ਸਾਲ ਦੇ ਆ ਗਏ। ਮੋਸਟ ਆਫ ਅਸ ਕਮ ਇਨ ਏਜ ਆਫ ਮਿਡ 30s ਜਾਂ ਲੇਟ 30s, ਉਸ ਏਜ ਵਿੱਚ ਆਉਂਦੇ ਹਾਂ ਆਪਾਂ। ਹੁਣ ਜਦੋਂ ਆਪਾਂ ਇੱਥੇ ਕੈਨੇਡਾ 'ਚ 19 ਸਾਲ ਰਹੇ ਨਹੀਂ, 40 ਇਅਰਸ ਰਹੇ ਨਹੀਂ, 40 ਇਅਰਸ ਕੰਮ ਨਹੀਂ ਕੀਤਾ ਤੇ ਮਿਲਣਾ ਵੀ ਘੱਟ ਹੈ। ਸੋ ਸਪੋਜ਼ ਹੁਣ ਜੇ ਮੈਂ ਤੁਹਾਨੂੰ $1100-1200 ਮਹੀਨੇ ਦਾ ਦੇਵਾਂ ਐਜ਼ ਅ ਗਵਰਨਮੈਂਟ ਕਿ ਤੁਸੀਂ $1100-1200 ਮਹੀਨੇ ਦਾ ਲੈ ਲਓ, ਤੁਹਾਡਾ ਘਰ ਦਾ ਖਰਚਾ ਪੂਰਾ ਹੋ ਜਾਏਗਾ? ਨਹੀਂ ਹੋਏਗਾ। ਜੇ ਨਹੀਂ ਹੋਏਗਾ, what else option you have to do personal savings, and that was actually the reason government has recognized that। ਐਦਾਂ ਨਹੀਂ ਕਿ ਗਵਰਨਮੈਂਟ ਪਾਗਲ ਹੈ ਤੇ ਉਹਨਾਂ ਨੂੰ ਪਤਾ ਨਹੀਂ ਹੈ। ਪੈਨਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਤੁਹਾਡਾ ਸਾਰੀ ਉਮਰ ਦਾ ਜੋ ਵੀ ਤੁਹਾਡਾ ਖਰਚਾ ਉਹਨਾਂ ਪੂਰਾ ਕਰਨਾ। ਪੈਨਸ਼ਨ ਦਾ ਮਤਲਬ ਹੈ ਦੇ ਆਰ ਗਿਵਿੰਗ ਯੂ ਫॉर ਰੈਸਟ ਆਫ ਯੂਰ ਲਾਈਫ। ਨਾਰਮਲੀ ਜਿਹੜੀ CPP ਤੇ CPP ਦਾ ਮੋਟਿਵ ਸੀਗਾ, ਜਿਹੜਾ ਕਿ ਉਹਨਾਂ ਦਾ ਟਾਰਗੇਟ ਸੀਗਾ, that is to replace only 25% of your income। ਠੀਕ ਹੈ। CPP2 ਜਿਹੜੀ ਆ ਗਈ ਹੈ, that will replace approximately 33% of your income। ਠੀਕ ਹੈ। ਲੇਕਿਨ 25-30% ਜੇ ਇਨਕਮ ਰਿਪਲੇਸ ਹੋ ਵੀ ਗਈ, ਬਾਕੀ ਖਰਚੇ ਕਿੱਦਾਂ ਪੂਰੇ ਕਰਨੇ ਹੈ? That is why you need to save in RRSP, and that is why government has actually given you incentive। RRSP is an account that is kind of an incentive। ਗਵਰਨਮੈਂਟ ਕਹਿੰਦੀ ਹੈ ਕਿ ਠੀਕ ਹੈ, ਅਸੀਂ ਤਾਂ ਤੁਹਾਨੂੰ ਪੈਨਸ਼ਨ ਜੋ ਲੱਗੇਗੀ, ਜੋ ਤੁਹਾਨੂੰ ਮਿਲਣੀ ਉਹ ਮਿਲਣੀ ਹੈ। ਜੇ ਤੁਹਾਡਾ ਨਹੀਂ ਖਰਚਾ ਪੂਰਾ ਹੁੰਦਾ ਡਿਊਰਿੰਗ ਵਰਕਿੰਗ ਈਅਰਸ, ਯੂ ਸਟਾਰਟ ਇਨਵੈਸਟਿੰਗ ਇਨ RRSP ਤੇ ਉਹਦਾ ਇਨਸੈਂਟਿਵ ਹੈ ਕਿ ਜੋ ਵੀ ਤੁਸੀਂ ਕੰਟਰੀਬਿਊਟ ਕਰੋਗੇ RRSP 'ਚ, ਵੀ ਵਿਲ ਨਾਟ
you don't have to pay any tax on that money. ਠੀਕ ਹੈ So just to give you an example ਕਿ suppose ਕਿਸੇ ਦੀ $1,00,000 ਦੀ ਇਨਕਮ ਹੈ ਤੇ ਹੁਣ ਉਹਨੂੰ $1,00,000 ਤੇ ਟੈਕਸ ਇਨਕਮ ਟੈਕਸ ਦੇਣਾ ਪਏਗਾ। ਜੇ ਤੁਸੀਂ ਹੁਣ $10,000 RRSP ਚ ਪਾਤਾ, now your taxable income is 90,000, ਠੀਕ ਹੈ तो 10,000 ਜਿਹੜਾ ਸੀਗਾ ਉਹਦੇ ਤੇ ਕੋਈ ਟੈਕਸ ਨਹੀਂ ਪੇ ਕਰਨਾ ਪਿਆ। ਬਟ ਅਗੇਨ ਇਟ ਇਜ਼ ਟੈਕਸ ਡਿਫਰਡ, ਨਾਟ ਟੈਕਸ ਫ੍ਰੀ। ਬਿਲਕੁਲ ਹੁਣ ਜਦੋਂ ਉਹ ਬੰਦਾ ਰਿਟਾਇਰ ਹੋਏਗਾ, ਹੁਣ ਤੁਸੀਂ ਰਿਟਾਇਰ ਹੋਏ, ਤੁਹਾਡੀ $1,00,000 ਸਾਲ ਦੀ ਇਨਕਮ ਸੀ, ਰਿਟਾਇਰ ਹੋਏ, ਹੁਣ ਤੁਹਾਡੀ ਇਨਕਮ ਤਾਂ ਖਤਮ ਹੋ ਗਈ, $1,00,000 ਤਾਂ ਨਹੀਂ ਆਣੀ। ਸਪੋਜ਼ ਹੁਣ ਤੁਹਾਡੀ ਇਨਕਮ ਸਾਰਾ CPP ਸਭ ਕੁਝ ਮਿਲਾ ਕੇ 30, 40, $50,000 ਸਾਲ ਦੀ ਹੈ, then again when you pull money out you will be paying taxes, but you will be paying on a lower tax bracket. ਬਿਲਕੁਲ ਠੀਕ ਹੈ that is how you save tax ਕਿ ਇੰਨੇ ਸਾਲ ਜਿਹੜਾ ਮੈਂ ਸੇਵ ਕੀਤਾ ਕੋਈ ਟੈਕਸ ਫ੍ਰੀ ਨਹੀਂ ਦਿੱਤਾ, ਟੈਕਸ ਫ੍ਰੀ ਗਰੋਥ ਹੁੰਦੀ ਰਹੀ। ਜਦੋਂ ਮੈਂ ਵਿਡਰਾ ਕੀਤਾ I'm paying lower taxes। ਠੀਕ ਹੈ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਨਤਨ ਜੀ, ਜਿਹੜੇ ਆਪਾਂ ਸਾਨੂੰ ਇਹ CPP ਤੇ 올ਡ ਏਜ ਸਿਕਿਉਰਿਟੀ ਦੇ ਬੈਨੀਫਿਟਸ ਮਿਲਦੇ ਆ, you have to pay taxes on that, ਬਿਲਕੁਲ because don't forget ਜਦੋਂ ਉਹਨਾਂ ਨੇ CPP ਡਿਡਕਟ ਕੀਤਾ ਸੀ, there is no tax you have to pay। employer ਤੋਂ ਵੀ ਉਹਨਾਂ ਨੇ ਲਿੱਤਾ ਸੀਗਾ, no taxes you have to pay। old age security is funded by taxpayers and then again you have to pay tax। ਠੀਕ ਹੈ GIS ਤੇ ਟੈਕਸ ਨਹੀਂ ਲੱਗਦਾ, but ਆਪਣਾ CPP and OAS ਤੇ you have, ਟੈਕਸ ਲੱਗਦਾ। these are all taxable incomes। ਸੋ 65 ਸਾਲ ਦੇ ਬਾਅਦ ਆ ਜਿਹੜੇ ਬੈਨੀਫਿਟਸ ਮਿਲਦੇ ਆ CPP OAS ਦੇ, ਸੋ 65 ਸਾਲ ਦੇ ਬਾਅਦ ਕੋਈ ਬਜ਼ੁਰਗ ਕਹਿੰਦਾ ਮੈਂ ਤਾਂ ਫਿੱਟ ਹੈ, ਮੈਂ ਹਲੇ ਕੰਮ ਕਰਨਾ, ਮੈਂ ਕਿੱਥੇ ਪ੍ਰਾਈਵੇਟ ਫਰਮ 'ਚ ਮੈਂ ਕੰਮ ਆਲਰੇਡੀ ਜੌਬ ਕੰਟੀਨਿਊ ਕਰਦਾ, ਕੀ ਇਹਨਾਂ ਤੇ ਫਰਕ ਪੈਂਦਾ ਹੈ ਇਸ ਬੈਨੀਫਿਟ? ਬਹੁਤ ਫਰਕ ਪੈਂਦਾ ਹੈ। ਇਨਫੈਕਟ ਬੜਾ ਅੱਛਾ ਕੁਐਸਚਨ ਪੁੱਛਿਆ ਤੁਸੀਂ। 2011 ਵਿੱਚ ਜਦੋਂ ਸਟੀਫਨ ਹਾਰਪਰ ਦੀ ਗਵਰਨਮੈਂਟ ਸੀ, ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਸਾਡਾ ਜਿਹੜਾ ਵਰਕਿੰਗ ਪੂਲ ਹੈ, ਜਿਹੜੀ ਸਾਡੀ ਪੋਪੂਲੇਸ਼ਨ ਹੈ ਉਹਦੀ ਗਰੋਥ ਇੰਨੀ ਜ਼ਿਆਦਾ ਨਹੀਂ ਹੋ ਰਹੀ, ਵਰਕਿੰਗ ਪੂਲ ਘਟ ਰਿਹਾ। ਐਂਡ ਵਰਕਿੰਗ ਪੂਲ ਘਟਣ ਦਾ ਮਤਲਬ ਕਿ ਸਾਡੇ ਰਿਟਾਇਰੀਜ਼ ਜ਼ਿਆਦਾ ਹੋ ਰਹੇ ਨੇ, ਤੇ obviously ਰਿਟਾਇਰੀ ਜ਼ਿਆਦਾ ਹੋ ਰਹੇ, ਗਵਰਨਮੈਂਟ ਹੈਜ਼ ਟੂ ਪੇ ਮੋਰ ਪੈਨਸ਼ਨ, ਦੈਟ ਵਾਜ਼ ਸੈਕੰਡਰੀ ਥਿੰਗ। ਬਟ ਅਗੇਨ ਵਰਕਫੋਰਸ ਹੀ ਨਹੀਂ ਹੈਗੀ ਤਾਂ ਕੰਮ ਕਰੇਗਾ ਕੋਈ, ਤੇ ਗਵਰਨਮੈਂਟ ਚੱਲੇਗੀ, ਦੇਸ਼ ਚੱਲੇਗਾ। ਤੇ ਉਹਨਾਂ ਨੇ 2011 ਵਿੱਚ ਦੇ ਸਟਾਰਟਡ ਸਮਥਿੰਗ ਕਾਲਡ ਕਿ ਤੁਸੀਂ 65 ਦੀ ਜਗ੍ਹਾ we will give you 2 options। ਤੁਸੀਂ 60 ਤੇ ਵੀ ਰਿਟਾਇਰ ਹੋ ਸਕਦੇ ਹੋ ਤੇ 70 ਤੇ ਵੀ ਰਿਟਾਇਰ ਹੋ ਸਕਦੇ ਹੋ। ਹੁਣ ਜਿਹੜੀ ਰਿਟਾਇਰ ਤੁਸੀਂ ਕਦੀ ਵੀ ਹੋ ਸਕਦੇ, there is no age of retirement, I can retire today, you can retire today। ਇਹ ਜਿਹੜੀ 65 ਦੀ ਏਜ ਹੈ, this is age for getting benefits, starting benefits from government। ਸੋ ਹੁਣ ਸਟੀਫਨ ਹਾਰਪਰ ਨੇ ਕਿਹਾ ਕਿ ਜੇ ਤੁਸੀਂ 60 ਦੀ ਏਜ ਵਿੱਚ ਰਿਟਾਇਰ ਹੁੰਦੇ ਹੋ instead of 65, you will get your CPP, but each month you retire earlier than 65, ਤੁਹਾਡੀ CPP ਦਾ amount 0.6% ਡਿਕਰੀਜ਼ ਹੋ ਜਾਏਗਾ। ਠੀਕ ਹੈ। ਸੋ ਜੇ ਮੈਂ ਐਗਜ਼ਾਮਪਲ ਦੇ ਕੇ ਸਮਝਾਵਾਂ, ਜੇ ਸਪੋਜ਼ 65 ਦੀ ਏਜ ਤੁਹਾਨੂੰ $1,000 ਪੈਨਸ਼ਨ CPP ਮਿਲਣੀ ਸੀ, ਨਾਟ 올ਡ ਏਜ ਸਿਕਿਉਰਿਟੀ, CPP ਮਿਲਣੀ ਸੀ। ਇਨ ਦੈਟ ਕੇਸ ਜੇ ਤੁਸੀਂ 60 ਤੇ ਰਿਟਾਇਰ ਹੋ ਜਾਂਦੇ ਹੋ, 5 ਸਾਲ ਪਹਿਲਾਂ ਹੋ ਜਾਂਦੇ ਹੋ, ਤੇ ਤੁਹਾਡੀ CPP $640 ਰਹਿ ਜਾਏਗੀ। ਠੀਕ ਹੈ ਠੀਕ ਹੈ। ਔਨ ਦ ਸੇਮ ਐਂਡ ਜੇ ਆਪਾਂ ਦੂਜੇ ਪਾਸੇ ਜਾਈਏ, ਜੇ ਤੁਸੀਂ ਕਹਿੰਦੇ ਹੋ ਕਿ ਮੈਂ ਬਿਲਕੁਲ ਫਿੱਟ ਹਾਂ, ਮੈਂ ਜੇ ਕੰਮ ਕਰ ਸਕਦਾ, ਮੈਨੂੰ ਕੀ ਪ੍ਰੋਬਲਮ ਹੈ, ਯੂ ਡਿਲੇ ਯੋਰ ਰਿਟਾਇਰਮੈਂਟ, CPP ਡਿਲੇ ਕਰ ਦਿਓ। ਜਿੰਨੀ ਦੇਰ ਤੁਸੀਂ ਡਿਲੇ ਕਰਦੇ ਹੋ, ਹਰ ਮਹੀਨੇ ਦਾ ਦੇ ਵਿਲ ਇਨਕਰੀਜ਼ 0.7%। ਡਿਕਰੀਜ਼ 0.6 ਹੋਇਆ ਸੀ, ਇਨਕਰੀਜ਼ 0.7% ਈਚ ਮੰਥ। ਸੋ ਸੇਮ ਐਗਜ਼ਾਮਪਲ ਤੇ ਆਵਾਂ, ਜੇ ਤੁਸੀਂ ਡਿਲੇ ਕਰ ਦਿੰਦੇ ਹੋ 70 ਤੱਕ, 5 ਸਾਲ ਡਿਲੇ ਕਰਤੀ, ਹੁਣ $1,000 ਮਿਲਣ ਦੀ ਬਜਾਏ ਤੁਹਾਨੂੰ $1,400 ਮਿਲਣੀ ਸ਼ੁਰੂ ਹੋ ਜਾਏਗੀ ਜਦੋਂ ਤੁਸੀਂ 70 ਤੇ ਰਿਟਾਇਰ ਹੋਵੋਗੇ। ਠੀਕ ਹੈ। ਸਗੁਨ ਜੀ, RRSP ਦਾ ਸੀਜ਼ਨ ਹੈ, ਕਿਹੜੀ ਡੈਡਲਾਈਨ ਹੈ 2024 ਚ, ਕਦ ਤੱਕ ਕੋਈ ਇਨਵੈਸਟ ਕਰ ਸਕਦਾ ਹੈ, ਔਰ ਡਿਸਾਈਡ ਕਿੱਦਾਂ ਕਰੇ? ਅਗਰ ਮੈਂ ਕਰਨਾ ਕਿ ਡਿਸਾਈਡ ਕੀ ਕਰਾਂ, ਕਿਹੜੇ ਕ੍ਰਾਈਟੀਰੀਆ ਦੇਖ ਕੇ ਇਨਵੈਸਟ ਕਰੀਏ, ਡੈਡਲਾਈਨ ਦੱਸੋ, ਔਰ ਕਿਸੇ ਨੇ ਤੁਹਾਡੇ ਤੋਂ ਕੋਈ ਸਵਾਲ ਪੁੱਛਣਾ ਉਹ ਵੀ ਕਿੱਥੇ ਪੁੱਛ ਸਕਦਾ? ਸ਼ੋਰ ਜੀ। ਸੋ ਇਸ ਸਾਲ 2024 ਦੀ ਜਿਹੜੀ ਡੈਡਲਾਈਨ ਹੈ 29th February ਹੈ। ਨਾਓ ਐਵਰੀ ਸਿੰਗਲ ਈਅਰ ਜੋ ਵੀ, ਜਿੱਦਾਂ ਹੁਣ 2023 ਦੇ ਤੁਸੀਂ ਟੈਕਸਸ ਭਰਨੇ ਹੈ, ਤੇ ਜੋ ਵੀ ਤੁਸੀਂ ਕੰਟਰੀਬਿਊਸ਼ਨ ਕਰੋਗੇ ਫਸਟ 60 days of 2024, it can be counted towards 2023, ਤੇ ਉਹ ਤੁਹਾਡੀ 23 ਦੀ ਇਨਕਮ ਰਿਡਿਊਸ ਹੋਏਗੀ 29th February। ਸੋ ਐਂਡ ਆਫ ਫੈਬਰੀ, 29 ਫੈਬਰੀ ਤੱਕ। 29 ਫੈਬਰੀ। ਜਿਸ ਸਾਲ ਵਿੱਚ 29 ਫੈਬਰੀ ਨਹੀਂ, ਉਸ ਸਾਲ ਜਨਰਲੀ 1 March ਹੁੰਦੀ ਹੈ। ਠੀਕ ਹੈ। ਇਸ ਸਾਲ 29th ਹੈ। ਨਾ ਹੁਣ ਦੂਸਰੇ ਕੁਐਸਚਨ ਤੇ ਆਵਾਂ ਕਿ ਕਿੱਦਾਂ ਡਿਸਾਈਡ ਕਰੋਗੇ ਤੁਸੀਂ। ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰਿਟਾਇਰਮੈਂਟ ਜਿਹੜੀ RRSP ਹੈ, ਇਟ ਇਜ਼ ਨਾਟ ਓਨਲੀ ਅ ਰਿਟਾਇਰਮੈਂਟ ਇਨਕਮ ਪਲੈਨਿੰਗ ਟੂਲ, ਇਟਸ ਅ ਟੈਕਸ ਪਲੈਨਿੰਗ ਟੂਲ। ਹੁਣ ਕਿੱਦਾਂ ਡਿਸਾਈਡ ਕਰੀਏ? ਹੁਣ ਜਨਰਲੀ ਇੱਕ ਰੂਲ ਆਫ ਥੰਬ ਹੈ
देयर आर मैनी फैक्टर्स बट ਜਿਹੜਾ ਰੂਲ ਆਫ ਥੰਬ ਆਈ ਯੂਜ਼ ਇਟ ਵੈਰੀ ਕੁਇਕਲੀ ਜੇ ਤੁਹਾਡੀ ਇਨਕਮ $50,000 ਤੋਂ ਘੱਟ ਹੈ don't invest in RRSP Okay. don't even think about RRSP ਠੀਕ ਹੈ ਉਹਦਾ ਕਾਰਨ ਇਹ ਹੈ ਕਿ 50,000 ਤੋਂ ਘੱਟ ਇਨਕਮ ਹੈ ਤੁਹਾਡੀ ਟੈਕਸ ਬ੍ਰੈਕਟ ਆਲਰੇਡੀ ਘੱਟ ਹੈ ਠੀਕ ਹੈ ਜਦੋਂ ਰਿਟਾਇਰ 50,000 ਤਾਂ ਇੱਕ ਫੈਮਿਲੀ ਦਾ ਖਰਚਾ ਹੀ ਹੈ ਸਾਲ ਦਾ ਕਿ ਸਰਵਾਈਵਲ ਦੇ ਲਈ ਹਾਂ ਲੇਕਿਨ ਮੈਂ ਫੈਮਿਲੀ ਇਨਕਮ ਦੀ ਗੱਲ ਨਹੀਂ ਕਰ ਰਿਹਾ ਨਿਤਨ ਜੀ ਮੈਂ ਇੰਡੀਵਿਜੂਅਲ ਇਨਕਮ ਦੀ ਗੱਲ ਕਰ ਰਿਹਾ ਸੋ ਜੇ ਤੁਹਾਡੀ ਇੰਡੀਵਿਜੂਅਲ ਇਨਕਮ 50,000 ਤੋਂ ਘੱਟ ਹੈ ਤੁਹਾਡਾ ਟੈਕਸ ਬ੍ਰੈਕਟ ਆਲਰੇਡੀ ਘੱਟ ਹੈ ਰਿਟਾਇਰ ਹੋਗੇ ਉਦੋਂ ਵੀ ਘੱਟ ਹੋਇਆ ਤੁਹਾਨੂੰ ਟੈਕਸੇਸ਼ਨ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਠੀਕ ਹੈ ਜੇ ਤੁਹਾਡੀ ਇੰਡੀਵਿਜੂਅਲ ਇਨਕਮ 50 to I would say 80,000 ਤੱਕ ਹੈ that is when there is a benefit of RRSP ਲੇਕਿਨ ਉਸ ਕੇਸ ਵਿੱਚ ਮੈਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਤੁਹਾਡਾ ਕੈਸ਼ ਫਲੋ ਕਿੱਦਾਂ ਹੈ ਤੁਸੀਂ RRSP 'ਚ ਇਨਵੈਸਟ ਕਰਨ ਤੋਂ ਕਰਕੇ ਤੁਹਾਨੂੰ ਮਤਲਬ ਬਾਕੀ ਚੀਜ਼ਾਂ ਘਰ ਦੀਆਂ ਕਰਨੀਆਂ ਮੁਸ਼ਕਿਲ ਹੋ ਜਾਣ ਤੁਹਾਡਾ ਘਰ ਦਾ ਖਰਚਾ ਨਹੀਂ ਚੱਲ ਰਿਹਾ ਡਜ਼ ਇਟ ਮੇਕ ਸੈਂਸ ਟੂ ਇਨਵੈਸਟ ਇਨ RRSP ਆਈ ਰੀਅਲੀ ਡੋਂਟ ਥਿੰਕ ਓਕੇ ਸੋ ਤੁਹਾਨੂੰ ਕੋਈ ਰੀਚ ਕਿੱਥੇ ਕਰ ਸਕਦਾ ਕਿਸੇ ਦਾ ਵੀ ਕੋਈ ਅਗਰ ਸਵਾਲ ਹੋਇਆ ਇਹਦੇ ਤੇ that will be ਮੇਰਾ ਫੋਨ ਨੰਬਰ ਹੈ ਜੀ ਡਾਇਰੈਕਟ ਲਾਈਨ ਹੈ 416-270-1234 416-270-1234 ਸਗੁਨ ਜੀ ਫਸਟ ਟਾਈਮ ਹੋਮ ਬਾਇਰਸ ਇਸ ਟਾਈਮ ਤਾਂ ਮਾਰਕੀਟ ਇਦਾਂ ਦੀ ਹੈ ਕਿ ਫਸਟ ਟਾਈਮ ਹੋਮ ਬਾਇਰ ਨੇ ਜਿਨ੍ਹਾਂ ਨੇ ਘਰ ਲਿੱਤੇ ਸੀ ਉਹ ਵੀ ਕਿਰਾਏ ਕਰ ਰਹੇ ਜਿਨ੍ਹਾਂ ਕੋਲ ਪੁਰਾਣੇ ਆ ਉਹ ਵੀ ਕਿਰਾਏ ਕਰ ਰਹੇ ਬਿਕੋਜ਼ ਪਿੱਠ ਤੋੜਤੀ ਹੈ ਮੌਰਗੇਜ ਨੇ ਇੰਟਰਸਟ ਰੇਟ ਹਾਈਕਸ ਨੇ ਹੁਣ ਮੈਨੂੰ ਆਹ ਦੱਸੋ ਕਿ ਇੱਕ ਹੈਗਾ FHSA ਅਕਾਊਂਟ ਹਾਂਜੀ ਫਸਟ ਹੋਮ ਸੇਵਿੰਗ ਅਕਾਊਂਟ ਠੀਕ ਹੈ ਤੇ ਦੂਜਾ ਹੈਗਾ RRSP ਅਕਾਊਂਟ ਸੋ ਦੋਨਾਂ ਚੋਂ ਕਿਹੜਾ ਬੈਟਰ ਹੈ ਕਿਸੇ ਨੇ ਫਸਟ ਟਾਈਮ ਪਹਿਲੀ ਵਾਰ ਘਰ ਖਰੀਦਣਾ ਤਾਂ ਓਕੇ ਦੇਖੋ RRSP 'ਚ ਜਦੋਂ ਤੁਸੀਂ ਪੈਸੇ ਕਢਾਣੇ ਆ ਉਹ ਰਿਟਾਇਰਮੈਂਟ ਤੋਂ ਬਾਅਦ ਕਢਾਣੇ ਆ ਲੇਕਿਨ ਗਵਰਨਮੈਂਟ ਨੇ ਇੱਕ ਪ੍ਰੋਵੀਜ਼ਨ ਦਿੱਤੀ ਸੀ ਕਿ ਜੇ ਤੁਹਾਡਾ ਫਰਸਟ ਹੋਮ ਤੁਸੀਂ ਖਰੀਦ ਰਹੇ ਹੋ that is when you can withdraw $35,000 from your RRSP without paying any taxes or penalties but ਉਹਦੇ 'ਚ ਕੰਡੀਸ਼ਨ ਰੱਖੀ ਸੀ ਜਿਹੜਾ ਤੁਸੀਂ 35,000 ਕਢਾਣਾ ਹੈ you have to start paying it back into your RRSP for next 15 years 15 ਸਾਲ ਵਿੱਚ ਉਹ ਕਿਸ਼ਤਾਂ ਬਣਾ ਦਿੰਦੇ ਨੇ then you have to pay it back we call it home buyers plan ਨਾ ਹੁਣ FHSA ਗਵਰਨਮੈਂਟ ਨੇ ਲਿਆ ਕੇ ਲੋਕਾਂ ਨੂੰ ਪਹਿਲਾਂ ਹੀ RRSP ਤੇ TFSA 'ਚ ਕਨਫਿਊਜ਼ਨ ਸੀਗੀ FHSA ਦੀ ਨਵੀਂ ਕਨਫਿਊਜ਼ਨ ਉਹਨਾਂ ਨੇ ਪਾਤੀ ਸੋ ਬਟ ਦਿਸ ਇਜ਼ ਸਪੈਸੀਫਿਕਲੀ ਫॉर ਫਰਸਟ ਟਾਈਮ ਹੋਮ ਬਾਇਰਸ ਤੇ ਇਹਦਾ ਫਾਇਦਾ ਇਹ ਹੈ ਕਿ ਇਹਦੇ ਵਿੱਚ ਤੁਸੀਂ ਮੈਕਸਿਮਮ $40,000 ਲਾਈਫ ਟਾਈਮ ਲਿਮਿਟ ਉਹਨਾਂ ਨੇ ਦਿੱਤੀ ਹੈ ਠੀਕ ਹੈ ਐਨੂਅਲ ਲਿਮਿਟ ਇਜ਼ 8,000 ਠੀਕ ਹੈ ਕਿ ਜੇ ਤੁਸੀਂ ਸਪੋਜ਼ ਤੁਸੀਂ ਐਨੂਅਲੀ ਆਪਣੀ ਲਿਮਿਟ ਐਗਜ਼ੌਸਟ ਕਰਦੇ ਹੋ ਤੇ 5 ਸਾਲਾਂ ਵਿੱਚ 40,000 ਹੋ ਜਾਂਦੇ ਨੇ ਹੁਣ ਜਿੰਨੇ ਵੀ ਤੁਸੀਂ ਇਨਵੈਸਟ ਕੀਤੇ FHSA ਵਿੱਚ ਪਾਏ ਯੂ ਕੈਨ ਵਿਦਡਰਾ ਇਟ ਫॉर योर ਫਰਸਟ ਹੋਮ ਓਨਲੀ ਨਾਟ ਫॉर ਐਨੀ ਅਦਰ ਪਰਪਸ ਕੋਈ ਐਮਰਜੈਂਸੀ ਨਹੀਂ ਕੋਈ ਕੁਛ ਨਹੀਂ ਸਿਰਫ ਤੇ ਸਿਰਫ ਫਰਸਟ ਹੋਮ ਤੇ ਜੇ ਉਹਦੇ ਵਿੱਚੋਂ ਕਢਾ ਲੈਂਦੇ ਹੋ there is no tax you have to pay unlike RRSP you don't have to return it back better ਕੀ ਹੈ ਇਹਨਾਂ ਦੋਨਾਂ ਵਿੱਚ you have to see the sole purpose ਕਿ ਜੇ ਤੁਹਾਡਾ sole purpose ਸਿਰਫ ਘਰ ਵਾਸਤੇ ਸੇਵ ਕਰਨਾ FHSA is a better investment ਠੀਕ ਹੈ and then ਜੇ ਤੁਹਾਡਾ ਪਰਪਸ ਹੈ ਕਿਉਂਕਿ ਐਂਡ ਆਫ ਦਾ ਡੇ RRSP ਵੀ ਦੇਖੋ ਤੁਹਾਡੀ ਆਪਣਾ ਹੀ ਅਕਾਊਂਟ ਆ ਤੁਹਾਡਾ ਹੀ ਪੈਸਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਵੀ ਮੈਂ ਪੈਸੇ ਵਿਡਰਾ ਵੀ ਕਰ ਲਾਂ ਪਲੱਸ ਮੈਂ ਥੋੜ੍ਹੇ ਜਿਹੇ ਚਾਹੇ ਫੋਰਸਫੁਲੀ ਪਾਣੇ ਪੈਣ ਮੈਂ ਪਾਵਾਂ ਤੇ ਐਂਡ ਆਫ ਦਾ ਡੇ ਮੇਰੇ ਹੀ ਕੰਮ ਆਣੇ ਦੈਨ ਯੂ ਕੈਨ ਯੂਜ਼ RRSP ਬਟ ਅਗੇਨ ਜੇ ਸਿਰਫ ਫਰਸਟ ਹੋਮ ਦੀ ਗੱਲ ਹੈ ਦੈਨ FHSA ਇਜ਼ ਡੈਫੀਨਿਟਲੀ ਅ ਕਲੀਅਰ ਠੀਕ ਹੈ ਆਖਰੀ ਸਵਾਲ ਤੁਹਾਨੂੰ ਹਾਂਜੀ ਕਿਸੇ 65 ਸਾਲ ਦੀ ਉਮਰ 'ਚ ਰਿਟਾਇਰਮੈਂਟ ਕੋਈ ਲੈ ਲੈਂਦਾ ਸਾਰੀ ਉਮਰ RRSP CPP ਜਾਂ OAS ਦੀ ਵੇਟ ਕਰਦਾ ਮੈਂ ਰਿਟਾਇਰ ਹੋ ਕੇ ਆ ਬੈਨੀਫਿਟ ਮੈਨੂੰ ਮਿਲੂਗੇ RRSP 'ਚ ਇਨਵੈਸਟ ਕੀਤਾ ਉਹ ਵੀ ਮੈਨੂੰ ਪੈਸਾ ਮੇਰਾ ਹੀ ਮਿਲੂਗਾ ਠੀਕ ਹੈ 66 ਸਾਲ ਜਾਂ 67 ਸਾਲ ਦੀ ਉਮਰ 'ਚ ਬੰਦਾ ਪਾਸ ਅਵੇ ਹੋ ਜਾਂਦਾ ਹੈ ਡੈਥ ਹੋ ਜਾਂਦੀ ਹੈ ਫਿਰ ਆ ਜਿਹੜੇ ਕੀਤੇ ਹੋਏ ਕੰਟਰੀਬਿਊਸ਼ਨ ਆ ਕਿਹਨੂੰ ਮਿਲੂਗੇ ਕਿ ਨਹੀਂ ਮਿਲੂਗੇ ਸਪਾਊਸ ਨੂੰ ਮਿਲੂਗੇ ਤੇ ਇਹਦਾ ਕੀ ਹੋਊਗਾ RRSP ਦੀ ਜੋ ਵੀ ਕੰਟਰੀਬਿਊਸ਼ਨਸ ਹੈ ਤੁਸੀਂ ਜਦੋਂ ਆਪਣਾ ਅਕਾਊਂਟ ਓਪਨ ਕਰਦੇ ਹੋ ਜਰਨਲੀ ਯੂ ਕੈਨ ਅਸਾਈਨ ਸਮਬਡੀ ਐਜ਼ ਬੈਨੀਫਿਸ਼ਰੀ ਜੇ ਤੁਸੀਂ ਆਪਣੇ ਸਪਾਊਸ ਨੂੰ ਬੈਨੀਫਿਸ਼ਰੀ ਬਣਾ ਦਿੰਦੇ ਹੋ ਐਂਡ ਗੋਡ ਫੋਰਬਿਡ ਜੇ ਕੋਈ ਇਨਵੈਸਟਰ ਪਾਸ ਅਵੇ ਹੋ ਜਾਂਦਾ ਹੈ ਉਹਨੂੰ ਐਗਜ਼ੌਸਟ ਕਰਨ ਤੋਂ ਪਹਿਲਾਂ ਦੈਨ ਜਿੰਨੀ ਵੀ RRSP ਦਾ ਅਮਾਊਂਟ ਹੈ ਉਹ ਟੈਕਸ ਫ੍ਰੀ ਸਪਾਊਸ ਨੂੰ ਰੋਲ ਓਵਰ ਹੋ ਜਾਂਦਾ ਹੈ ਉਹਨਾਂ ਨੂੰ ਮਿਲ ਜਾਂਦਾ ਹੈ ਅਗੇਨ ਦੇਰ ਇਜ਼ ਨੋ ਟੈਕਸ ਇੰਪਲੀਕੇਸ਼ਨਸ ਔਰ ਐਨੀਥਿੰਗ ਜੇ ਕਿਸੇ ਦਾ ਸਪਾਊਸ ਨਹੀਂ ਹੈ then it can be rolled over to a dependent child or somebody who is
आई मीन ਫਿਜ਼ੀਕਲੀ ਨਾਟ ਏਬਲ, ਜੇ ਡਿਸੇਬਿਲਿਟੀ ਹੈ ਡਿਪੈਂਡੈਂਟ ਹੈ ਤਾਂ ਚਾਈਲਡ ਨੂੰ ਮਿਲ ਜਾਏਗਾ। ਜੇ ਡਿਸੇਬਲਡ ਚਾਈਲਡ ਨਹੀਂ ਹੈ ਦੈਨ ਅਗੇਨ ਯੂਰ estate हैज़ टू पे टैक्सेस एंड देन बेनिफिशियरी। ठीक है, सो किसी ने बेनिफिशियरी नहीं पाया तो अपने एजेंट ਨੂੰ ਇੰਸ਼ੋਰੈਂਸ ਏਜੰਟ ਨੂੰ ਜਾਂ ਆਪਣੇ ਬੈਂਕ ਨੂੰ ਜਾ ਕੇ ਰੀਕਨਫਰਮ ਕਰੋ ਅਸੀਂ 20 ਸਾਲ ਪਹਿਲੇ ਆ ਕੰਮ ਕੀਤਾ ਸੀਗਾ ਕਿ ਅਸੀਂ ਬੈਨੀਫਿਸ਼ਰੀ ਪਾਇਆ ਕਿ ਨਹੀਂ ਪਾਇਆ। ਬਿਲਕੁਲ ਜੀ, ਬਹੁਤ ਬੈਨੀਫਿਸ਼ਰੀ ਡੈਜ਼ਿਗਨੇਸ਼ਨ ਇਜ਼ ਪ੍ਰੋਬੇਬਲੀ ਵਨ ਆਫ ਦ ਮੋਸਟ ਇੰਪੋਰਟੈਂਟ ਥਿੰਗਸ, ਕਿਉਂਕਿ ਸਾਡੀ ਫੈਮਲੀਜ਼ ਨਵੀਆਂ ਬਣਦੀਆਂ, ਕਈ ਵਾਰ ਅਨਫੋਰਚੂਨੇਟਲੀ ਡਾਈਵੋਰਸਸ ਹੋ ਜਾਂਦੇ ਨੇ, ਕਾਮਨ ਲਾਅ ਪਾਰਟਨਰ ਚੇਂਜ ਹੋ ਜਾਂਦੇ ਨੇ, ਕਈ ਵਾਰ ਫੈਮਲੀ 'ਚ ਬੱਚੇ ਵੀ ਜੇ ਆ ਜਾਂਦੇ ਨੇ। ਯੂ ਹੈਵ ਟੂ ਸੀ ਯੂਰ ਬੈਨੀਫਿਸ਼ਰੀਜ਼ ਕਿ ਇਹ ਇਸ ਤਰ੍ਹਾਂ ਦੀ, ਆਈ ਵੁੱਡ ਸੇ ਕਿ ਦਿਸ ਇਜ਼ ਕਾਈਂਡ ਆਫ ਐਨ estate planning ਕਿ ਜਿਹੜਾ ਤੁਸੀਂ ਲੱਖਾਂ ਡਾਲਰ ਸੇਵ ਕੀਤੇ, ਇਨਵੈਸਟ ਕੀਤੇ, ਤੁਹਾਡੇ ਜਾਣ ਤੋਂ ਬਾਅਦ ਉਸ ਪੈਸੇ ਦਾ ਕੀ ਹੋਏਗਾ। ਯੂ ਹੈਵ ਟੂ ਫਿਗਰ ਇਟ ਆਊਟ ਵੈਨ ਯੂ ਆਰ ਅਲਾਈਵ ਇਨਸਟੈਡ ਆਫ ਕਿ ਗਵਰਨਮੈਂਟ ਡਿਸਾਈਡ ਕਰੇ ਕਿ ਉਹਦਾ ਕੀ ਹੋਏਗਾ। ਬਿਲਕੁਲ ਸਗੁਨ ਜੀ, ਥੈਂਕ ਯੂ, ਤੁਸੀਂ ਗੱਲਬਾਤ ਕੀਤੀ ਇੰਸ਼ੋਰੈਂਸ ਸੈਕਟਰ ਤੇ, RRSP ਤੇ ਰਿਟਾਇਰਮੈਂਟ ਪਲੈਨਿੰਗਸ ਤੇ। ਅਸੀਂ ਟਾਈਮ ਟੂ ਟਾਈਮ ਤੁਹਾਨੂੰ ਕਾਲ ਕਰਦੇ ਰਹਾਂਗੇ, ਗੱਲਬਾਤ ਕਰਦੇ ਰਹਾਂਗੇ। ਥੈਂਕ ਯੂ ਨਿਤਨ ਜੀ, ਐਂਡ ਥੈਂਕ ਯੂ ਫॉर ਹੈਵਿੰਗ ਮੀ ਔਨ ਦ ਸ਼ੋ। ਅਤੇ ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਓਨੈਸਟਲੀ ਅਤੇ ਟਰਾਂਸਪੇਰੈਂਟਲੀ ਤੁਹਾਨੂੰ ਇਨਫੋਰਮੇਸ਼ਨ ਦੇ ਸਕਾਂ ਜਾਂ ਆਪਣੇ ਕਿਸੇ ਵਿਊਅਰ ਦੀ ਹੈਲਪ ਕਰ ਸਕਾਂ। ਆਈਲ ਬੀ ਮੋਸਟ ਹੈਪੀ ਟੂ ਹੈਲਪ। ਅਗੇਨ ਨੰਬਰ ਉਹੀ ਹੈ ਜੀ 4162701234।